कैप्टन अमरिंदर सिंह ने गुटका साहब हੱਥ ਵਿੱਚ ਰੱਖ ਕੇ ਇਹ ਸਹੁੰ ਖਾਧੀ ਸੀ ਕਿ ਅਸੀਂ ਪੰਜਾਬ ਸਰਕਾਰ ਸਾਡੀ ਸਰਕਾਰ ਬਣਨ 'ਤੇ ਅੰਗਹੀਣ ਲੋਕਾਂ ਨੂੰ ਘਰ ਘਰ ਨੌਕਰੀ ਦੇਵਾਂਗੇ। ਪਰ ਪੰਜਾਬ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ। ਸਾਨੂੰ ਗੁਰਦੁਆਰਾ ਸਾਹਿਬ 'ਚੋਂ ਕਿਸੇ ਤਰ੍ਹਾਂ ਦਾ ਕੋਈ ਪਰੇਸ਼ਾਨੀ ਨਹੀਂ ਆਈ, ਪਰ ਪੰਜਾਬ ਸਰਕਾਰ ਦੇ ਕੁਝ ਨੁਮਾਇੰਦਿਆਂ ਨੇ ਗੁਰਦੁਆਰਾ ਕਮੇਟੀ ਨੂੰ ਇਹ ਕਹਿ ਦਿੱਤਾ ਕਿ ਇਹਨਾਂ ਨੂੰ ਇੱਥੋਂ ਬਾਹਰ ਕੱਢੋ। ਸਾਨੂੰ ਬੜ ਸਾਹਿਬ ਗੁਰਦੁਆਰਾ ਦੇ ਵਿੱਚੋਂ ਪੰਜਾਬ ਸਰਕਾਰ ਨੇ ਬਾਹਰ ਕੱਢਿਆ। ਤਾਂ 15 ਅਗਸਤ ਆਇਆ, ਸਾਨੂੰ ਵੀ ਇਸ ਦਿਨ ਦੀ ਖੁਸ਼ੀ ਹੁੰਦੀ ਹੈ ਕਿ ਸਾਡਾ ਆਜ਼ਾਦੀ ਦਿਵਸ ਹੈ, ਪਰ ਸਾਨੂੰ ਪੰਜਾਬ ਸਰਕਾਰ ਨੇ ਕੀ ਕੀਤਾ, ਸਾਡੇ ਕੋਲ ਮਟਕਾ ਚੌਂਕ ਦੇ ਵਿੱਚ ਪੁਲਿਸ ਭੇਜੀ ਅਤੇ ਸਾਨੂੰ 38B ਸ਼ਾਹਪੁਰ ਸੈਕਟਰ 38B ਦਾ ਸ਼ਾਹਪੁਰ ਗੁਰਦੁਆਰਾ ਸਾਹਿਬ ਆਈ। ਉੱਥੇ 15 ਅਗਸਤ ਵਾਲੇ ਦਿਨ ਸਾਨੂੰ ਬੰਦੀ ਬਣਾ ਕੇ ਰੱਖਿਆ। ਉੱਥੇ ਬਾਹਰ ਪੁਲਿਸ ਤਾਇਨਾਤ ਕਰ ਦਿੱਤੀ ਕਿ 15 ਅਗਸਤ ਵਾਲੇ ਦਿਨ ਇਹਨਾਂ ਨੂੰ ਕਿਤੇ ਵੀ ਬਾਹਰ ਨਹੀਂ ਨਿਕਲਣ ਦਿੱਤਾ। ਘਰਦਿਆਂ ਦੇ, ਮੇਰੇ ਭੈਣ ਭਰਾਵਾਂ ਦੇ ਮੈਨੂੰ ਤਾਨੇ ਮਿਹਣੇ ਸੁਣਨੇ ਪੈਂਦੇ ਸੀ ਕਿ ਤੂੰ ਕੋਈ ਕੰਮਕਾਰ ਨਹੀਂ ਕਰਦਾ, ਇਸ ਤਰ੍ਹਾਂ ਤੇਰਾ ਕਿਵੇਂ ਟਾਈਮ ਪਾਸ ਹੋਏਗਾ। ਇਹਨਾਂ ਗੱਲਾਂ ਬਾਤਾਂ ਨੂੰ ਸੁਣ ਕੇ ਅਸੀਂ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਹਾਂ। ਕਈ ਵਾਰ ਸਾਨੂੰ ਖੁਦਕੁਸ਼ੀ ਕਰਨ ਦਾ ਮਨ ਕਰਦਾ ਹੈ। ਪੰਜਾਬ ਸਰਕਾਰ ਜਿੰਦਾਬਾਦ, ਪੰਜਾਬ ਸਰਕਾਰ ਜਿੰਦਾਬਾਦ, अंग्रेज जूनियर जिंदाबाद, अंग्रेज जूनियर जिंदाबाद। दुनिया में बहुत से ऐसे लोग होते हैं जिनके सपने बहुत ऊंचे होते हैं, सपने पूरे तो करना चाहते हैं लेकिन उनके पास कोई राह नहीं होती। कुछ तो परमात्मा की तरफ से उन्हें बहुत दुख मिले होते हैं, कुछ ये समाज उन्हें जीने नहीं देता। कभी घर वालों के ताने सुनने पड़ते हैं, कभी तो वो ऐसे सोच लेते हैं कि वो कुछ कर सकेंगे या नहीं, जिसकी वजह से वो कई बार डिप्रेशन में चले जाते हैं। ऐसे ही कुछ लोग यहाँ बैठे हुए हैं, जिन हम बात कर रहे हैं डिसेबल पर्सन की, जो यहाँ पर बैठे हुए हैं। कर तो वो प्रोटेस्ट रहे हैं, लेकिन हम इनसे बात करेंगे, जानेंगे कि इनकी निजी ज़िंदगी में इन्हें क्या कुछ झेलना पड़ रहा है। हमारे साथ यहाँ पर मौजूद है कुलबीर सिंह, जो बहुत समय से उम्मीद लगाए बैठे हैं कि इनकी कोई ना कोई तो सुनेगा। ना इनकी घर वाले सुन रहे हैं, ना इनकी सरकारें सुन रही हैं। हम इन्हीं से बात करते हैं, इन्हीं से जानते हैं कि इन्हें क्या कुछ झेलना पड़ रहा है। सर, आप सबसे पहले कहाँ से आए हो? तहसील गिद्दड़वा, डिस्ट्रिक्ट श्री मुक्तसर साहिब जी। सर, आप यहाँ इतने दिनों से बैठे हो, क्या रीज़न है, क्या कुछ? ਸਾਡਾ ਜੀ ਹੈਂਡੀਕੈਪਟਾਂ ਦਾ ਪ੍ਰੋਟੈਸਟ ਚੱਲ ਰਿਹਾ। ਪੰਜਾਬ ਸਰਕਾਰ ਤੋਂ ਅਸੀਂ ਨੌਕਰੀ ਦੀ ਮੰਗ ਕਰਦੇ ਹਾਂ ਜੀ। ਜੋ ਪੰਜਾਬ ਸਰਕਾਰ ਨੇ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ, ਸਰਕਾਰ ਉਸ ਵਾਅਦੇ 'ਤੇ ਪੂਰੀ ਨਹੀਂ ਉਤਰੀ ਜੀ। ਇਸ ਕਰਕੇ ਅਸੀਂ ਰੁਜ਼ਗਾਰ ਦੀ ਮੰਗ ਕਰਨ ਵਾਸਤੇ ਇੱਥੇ ਬੈਠੇ ਹਾਂ ਜੀ। सर, यहाँ पर आप बहुत लंबे समय से बैठे हुए हैं, आपको बहुत सारी परेशानियाँ हो रही हैं, क्योंकि एक तो आम लोगों की तरह काम करना बहुत मुश्किल हो जाता है। वैसे आपको क्या क्या फेस करना पड़ रहा है? ਅਸੀਂ ਮੈਡਮ ਪਹਿਲਾਂ ਤਾਂ ਇੱਕ ਤਾਂ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਏ ਹਾਂ ਅਸੀਂ, ਅਤੇ ਸਮਾਜ ਦੇ ਵਿੱਚ ਰਹਿਣ ਵਾਸਤੇ ਕੰਮਕਾਰ ਕਰਨਾ ਬਹੁਤ ਜ਼ਰੂਰੀ ਹੈ। ਇਸ ਕਰਕੇ ਅਸੀਂ ਆਪਣੇ ਮਾਤਾ ਪਿਤਾ ਜਾਂ ਭੈਣ ਭਰਾਵਾਂ 'ਤੇ ਡਿਪੈਂਡ ਹੈ। ਕੰਮਕਾਰ ਦੇਖੋ, ਚੰਗੇ ਭਲੇ ਵਾਸਤੇ ਜਿਹੜਾ ਇਨਸਾਨ ਫਿਟਨੈਸ ਇਨਸਾਨ ਹੈ, ਉਸ ਨੂੰ ਵੀ ਕੰਮ ਕਰਨਾ ਤਾਂ ਬੜਾ ਮੁਸ਼ਕਲ ਹੁੰਦਾ, ਅਤੇ ਸਾਨੂੰ ਅਸੀਂ ਹੈਂਡੀਕੈਪਡ ਹੋਣ ਦੇ ਬਾਵਜੂਦ ਸਾਨੂੰ ਦਿਹਾੜੀ ਮਜ਼ਦੂਰੀ ਕਰਨੀ ਪੈਂਦੀ ਹੈ ਪੜ੍ਹ ਲਿਖ ਕੇ। ਇਸ ਕਰਕੇ ਅਸੀਂ ਇਸ ਗੱਲ ਤੋਂ ਬਹੁਤ ਦੁਖੀ ਹਾਂ ਜੀ। ਅਸੀਂ ਆਪਣੇ ਭੈਣ ਭਰਾਵਾਂ 'ਤੇ, ਮਾਂ ਪਿਓ 'ਤੇ ਡਿਪੈਂਡ ਹੈ। ਮਾਤਾ ਪਿਤਾ ਦੇ ਸਾਨੂੰ ਚਲੋ ਜਿੰਨਾ ਚਿਰ ਜਿਉਂਦੇ ਆ ਉਹਨਾਂ ਚਿਰ ਤਾਂ ਚਲੋ ਸਾਨੂੰ ਸਹਾਰਾ ਹੈ, ਪਰ ਅਸੀਂ ਜਿਹੜੇ ਭੈਣ ਭਰਾਵਾਂ 'ਤੇ ਡਿਪੈਂਡ ਉਹਨਾਂ ਦੇ ਸਾਨੂੰ ਤਾਨੇ ਮਿਹਣੇ ਸੁਣਨੇ ਪੈਂਦੇ ਆ। ਕੰਮਕਾਰ ਸਾਨੂੰ ਬੜਾ ਦੁਖੀ ਹੋ ਕੇ ਦਿਹਾੜੀ ਮਜ਼ਦੂਰੀ ਕਰਕੇ ਕਰਨਾ ਪੈਂਦਾ ਜੀ। सर, आपने पढ़ाई में क्या क्या किया हुआ है? ਅਸੀਂ ਜੀ 10ਵੀਂ ਤੋਂ ਬਾਅਦ ਜੋ +2 ਕੀਤੀ ਹੈ ਉਹ ਅਸੀਂ ਪ੍ਰਾਈਵੇਟ ਕੀਤੀ ਹੈ, ਕਿਉਂਕਿ ਕੰਮਕਾਰ ਕਾਰਨ ਮੈਂ ਰੈਗੂਲਰ ਨਹੀਂ ਕਰ ਸਕਿਆ, ਕਿਉਂਕਿ ਘਰ ਦੇ ਜੋ ਆਰਥਿਕ ਹਾਲਾਤ ਸੀ ਉਹ ਬਹੁਤ ਮਾੜੇ ਸੀ। ਇਸ ਕਰਕੇ ਮੈਨੂੰ ਹੈਂਡੀਕੈਪਡ ਹੋਣ ਦੇ ਬਾਵਜੂਦ ਦਿਹਾੜੀ ਮਜ਼ਦੂਰੀ ਕਰਨੀ ਪਈ। ਰੈਗੂਲਰ ਇਸ ਕਰਕੇ ਨਹੀਂ ਮੈਂ ਕਰ ਸਕਿਆ। ਉਸ ਤੋਂ ਬਾਅਦ +2 ਤੋਂ ਬਾਅਦ ਮੈਨੂੰ ਗ੍ਰੈਜੂਏਸ਼ਨ ਕੀਤੀ, ਤਾਂ ਗ੍ਰੈਜੂਏਸ਼ਨ ਵੀ ਮੈਂ ਨੌਨ ਅਟੈਂਡਿੰਗ ਕੀਤੀ ਹੈ ਜੀ। ਪਹਿਲਾਂ ਮੈਂ ਪੜ੍ਹਦਾ, ਰਾਤ ਨੂੰ ਪੜ੍ਹਨਾ ਪੈਂਦਾ, ਅਤੇ ਦਿਨੇ ਮੈਂ ਜਾਂਦਾ ਕੰਮਕਾਰ 'ਤੇ ਦਿਹਾੜੀ ਮਜ਼ਦੂਰੀ 'ਤੇ। ਅਤੇ ਉਸ ਤੋਂ ਬਾਅਦ NTT ਦਾ ਡਿਪਲੋਮਾ ਕੀਤਾ ਜੀ, ਉਹ ਵੀ ਨੌਨ ਅਟੈਂਡਿੰਗ ਕੀਤਾ। ਦਿਨ ਵੇਲੇ ਕੰਮ ਕਰਨਾ, ਰਾਤ ਨੂੰ ਪੜ੍ਹਨਾ। ਪਰ ਇਸ ਤੋਂ ਇਲਾਵਾ ਜਦੋਂ ਕੰਮਕਾਰ ਬੰਦ ਹੋ ਜਾਂਦੇ ਸੀ, ਪੜ੍ਹਾਈ ਮੇਰੀ ਜਾਰੀ ਰਹਿੰਦੀ ਸੀ। ਘਰਦਿਆਂ ਦੇ, ਮੇਰੇ ਭੈਣ ਭਰਾਵਾਂ ਦੇ ਮੈਨੂੰ ਤਾਨੇ ਮਿਹਣੇ ਸੁਣਨੇ ਪੈਂਦੇ ਸੀ ਕਿ ਤੂੰ ਕੋਈ ਕੰਮਕਾਰ ਨਹੀਂ ਕਰਦਾ, ਇਸ ਤਰ੍ਹਾਂ ਤੇਰਾ ਕਿਵੇਂ ਟਾਈਮ ਪਾਸ ਹੋਏਗਾ।
ਫਿਰ ਮੈਂ ਅੱਗੇ ਪਿੱਛੇ ਜਾਂਦਾ, ਕਿਸੇ ਪਾਸੇ ਕੰਮ ਦੀ ਤਲਾਸ਼ ਕਰਦਾ, ਪਰ ਕੰਮ ਨਾ ਮੈਨੂੰ ਮਿਲਦਾ ਤਾਂ ਫਿਰ ਮੈਨੂੰ ਜੀ ਬੜਾ ਮੇਰਾ ਮਨ ਦੁਖੀ ਹੁੰਦਾ, ਮੈਂ ਡਿਪਰੈਸ਼ਨ ਵਿੱਚ ਚਲਾ ਜਾਂਦਾ। ਇਸ ਲਈ ਐਜੂਕੇਸ਼ਨ ਪ੍ਰਾਪਤ ਕਰਨ ਦੇ ਵਿੱਚ ਮੈਨੂੰ ਬਹੁਤ ਸਾਰੀਆਂ ਤਕਲੀਫਾਂ ਆਈਆਂ ਜੀ। सिचुएशन ऐसी होती है, सोचता है इंसान की पता नहीं आगे मैं क्या करूँगा क्या नहीं करूँगा, है ना। ਰਾਤ ਨੂੰ ਸੌਂ ਜਾਂਦੇ ਆ, ਸਵੇਰ ਉੱਠਣ ਵੇਲੇ ਦਿਮਾਗ ਸਿਰਫ ਉੱਥੇ ਹੀ ਜਾਂਦਾ ਹੈ ਕਿ ਮੇਰਾ ਕੀ ਬਣੇਗਾ। ਇਸ ਕਰਕੇ ਸਾਡੀ ਸੋਚ ਇਹੀ ਹੈ ਵੀ ਚਲੋ ਅਸੀਂ ਵੀ ਦੇਖੋ, ਅਸੀਂ ਵੀ ਸੁਪਨੇ ਦੇਖੇ ਸੀ ਵੀ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਵੱਡੇ ਹੋਵਾਂਗੇ, ਅਸੀਂ ਪੜ੍ਹ ਲਿਖ ਕੇ ਕੋਈ ਨੌਕਰੀ ਪ੍ਰਾਪਤ ਕਰਾਂਗੇ, ਸਾਡਾ ਘਰ-ਬਾਰ ਹੋਵੇਗਾ। ਇਸ ਕਰਕੇ ਸਾਡੇ ਉਹਨਾਂ ਸੁਪਨਿਆਂ ਦੇ ਵਿੱਚੋਂ ਕੋਈ ਵੀ ਸੁਪਨਾ ਸਾਡਾ ਪੂਰਾ ਨਹੀਂ ਹੋ ਸਕਿਆ। ਇਸ ਕਰਕੇ ਅਸੀਂ ਬਹੁਤ ਗੁਰਬਤ ਭਰਿਆ ਜੀਵਨ ਗੁਜ਼ਾਰ ਰਹੇ ਹਾਂ ਜੀ। ਜਦੋਂ ਮਨ ਦੁਖੀ ਹੋ ਜਾਂਦਾ ਹੈ ਕਿ ਸਾਨੂੰ ਆਪਣੇ ਸੁਪਨੇ ਪੂਰੇ ਹੁੰਦੇ ਨਹੀਂ ਦਿਖਦੇ, ਆਪਣੇ ਪਰਿਵਾਰ ਵੱਲੋਂ ਘਰਦਿਆਂ ਵੱਲੋਂ ਟੌਰਚਰ ਕੀਤਾ ਜਾਂਦਾ, ਸਮਾਜ ਦੇ ਵਿੱਚ ਵੀ ਸਾਨੂੰ ਟੌਰਚਰ ਕੀਤਾ ਜਾਂਦਾ ਕਿ ਪੜ੍ਹ ਲਿਖ ਕੇ ਐਵੇਂ ਯਵਦੇ ਫਿਰੇ ਤੁਰੇ ਫਿਰੇ, ਬਣਿਆ ਇਹਨਾਂ ਦਾ ਕੁਝ ਹੈ ਨਹੀਂ, ਇਹਨਾਂ ਦਾ ਕੀ ਬਣਨਾ, ਕੁਛ ਨਹੀਂ ਬਣਨਾ ਇਹਨਾਂ ਦਾ। ਇਹਨਾਂ ਗੱਲਾਂ ਬਾਤਾਂ ਨੂੰ ਸੁਣ ਕੇ ਅਸੀਂ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਹਾਂ। ਕਈ ਵਾਰ ਸਾਨੂੰ ਖੁਦਕੁਸ਼ੀ ਕਰਨ ਦਾ ਮਨ ਕਰਦਾ ਹੈ, ਪਰ ਅਸੀਂ ਜਿਹੜੀ ਅੰਦਰੋਂ ਸਾਡੇ ਜ਼ਮੀਰ ਦੀ ਆਵਾਜ਼ ਆਉਂਦੀ ਹੈ ਕਿ ਦੇਖੋ ਇਸ ਤਰ੍ਹਾਂ ਕਰਨ ਨਾਲ ਵੀ ਕੋਈ ਹੱਲ ਨਹੀਂ ਹੋਣਾ। ਮੇਰਾ ਨਹੀਂ, ਇਹ ਪਤਾ ਨਹੀਂ ਕਿੰਨੇ ਕੁ ਹੈਂਡੀਕੈਪਡ ਸਾਡੇ ਭੈਣ ਭਰਾ ਹਨ ਜਿਨ੍ਹਾਂ ਦੀ ਇਹ ਸਮੱਸਿਆ ਹੈ। ਜੇਕਰ ਸਾਰਿਆਂ ਦਾ ਜ਼ਰੀਆ ਇਹੀ ਸੁਸਾਈਡ ਕਰਨਾ ਹੀ ਰਹਿ ਗਿਆ ਤਾਂ ਫਿਰ ਇਸ ਨਾਲ ਤਾਂ ਕੋਈ ਹੱਲ ਨਹੀਂ ਹੋਣਾ। ਇਸ ਕਰਕੇ ਜੀ ਮਨ ਦੇ ਵਿੱਚ ਇੰਨੇ ਉਤਰਾਅ ਚੜ੍ਹਾਅ ਆਉਂਦੇ ਆ, ਇੰਨਾ ਮਨ ਦੁਖੀ ਹੁੰਦਾ ਹੈ ਕਿ ਨਾ ਤਾਂ ਕੁਛ ਚੰਗਾ ਲੱਗਦਾ, ਇਸ ਤਰ੍ਹਾਂ ਕਰ ਲੱਗਦਾ ਵੀ ਕੋਈ ਸੁਸਾइड कर लइए। यहाँ पे आप इतने टाइम से बैठे हैं, कोई भी आपके पास नहीं आए, कोई नहीं आपकी सुनवाई हो रही है, आपको आगे का क्या लगता है कि आगे क्या कुछ होगा आपके साथ? ਅਸੀਂ ਇੰਨੀ ਦੇਰ ਤੱਕ ਜੀ ਇੱਥੇ ਬੈਠੇ ਹਾਂ, ਸਾਨੂੰ ਕੋਈ ਸਾਡੀ ਸੁਣਵਾਈ ਨਹੀਂ ਹੋਈ, ਕੋਈ ਸਾਡੇ ਕੋਲੇ ਸਰਕਾਰ ਦਾ ਨੁਮਾਇੰਦਾ ਨਹੀਂ ਆਇਆ। ਸਾਡੇ ਦੁੱਖ ਤਕਲੀਫ ਨਾਲ ਕਿਸੇ ਨੂੰ ਵਾਸਤਾ ਹੀ ਨਹੀਂ ਕੋਈ, ਕਿਉਂਕਿ ਸਾਡੇ ਤੇ ਕੋਈ ਤਰਸ ਨਹੀਂ ਖਾਂਦਾ, ਸਾਡੇ ਤੱਕ ਕੋਈ ਨਹੀਂ ਪਹੁੰਚਿਆ। ਪਰ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਵੀ ਸਾਡਾ ਕਿਸੇ ਨੇ ਸਾਡੀ ਕੋਈ ਗੱਲ ਨਹੀਂ ਸੁਣਨੀ। ਇਸ ਕਰਕੇ ਸਾਡੇ ਸੁਪਨੇ ਮਾਰੇ ਜਾ ਰਹੇ ਆ ਤੇ ਅਸੀਂ ਆਪਣੇ ਸੁਪਨੇ ਮਰਦਿਆਂ ਨੂੰ ਅੱਖੀਂ ਦੇਖ ਰਹੇ ਹਾਂ, ਜਿਸ ਕਰਕੇ ਸਾਨੂੰ ਕੋਈ ਆਸ ਉਮੀਦ ਨਹੀਂ ਪੰਜਾਬ ਸਰਕਾਰ ਜਾਂ ਕਿਸੇ ਸਰਕਾਰੀ ਨੁਮਾਇੰਦੇ ਤੋਂ ਕਿ ਸਾਡੀ ਬਾਂਹ ਫੜੇਗਾ, ਕਿ ਸਾਡੇ ਅਪਾਹਜ ਲੋਕਾਂ ਬਾਰੇ ਕੁਝ ਕਰੇਗਾ। अभी आप इतनी दूर से आए हो, कहाँ पर रह रहे हो, कैसे इतने टाइम से आप कर रहे हो? आपने बोला 2 महीने से प्रोटेस्ट कर रहे हो, कहाँ रह रहे हो, कैसे आपका यहाँ पे चल रहा है? ਅਸੀਂ 2 ਮਹੀਨੇ ਤੋਂ ਪ੍ਰੋਟੈਸਟ ਕਰ ਰਹੇ ਹਾਂ ਜੀ ਤੇ ਇੱਥੇ ਅੰਬ ਸਾਹਿਬ ਮੋਹਾਲੀ ਗੁਰਦੁਆਰਾ ਸਾਹਿਬ ਦੇ ਵਿੱਚ ਰਹਿ ਰਹੇ ਹਾਂ ਜੀ। ਤੇ ਰਹਿਣ ਵਾਸਤੇ ਸਾਡੇ ਕੋਈ ਹੋਰ ਤਾਂ ਅਸੀਂ ਕੋਈ ਕਿਸੇ ਤਰ੍ਹਾਂ ਦਾ ਪ੍ਰਬੰਧ ਨਹੀਂ ਕਰ ਸਕੇ ਇੱਥੇ, ਤੇ ਬਸ ਗੁਰਦੁਆਰਾ ਸਾਹਿਬ ਚਲੇ ਜਾਂਦੇ ਹਾਂ। ਸਵੇਰ ਪ੍ਰੋਟੈਸਟ ਕਰਦੇ ਹਾਂ, ਦਿਨ ਵਿੱਚ ਪ੍ਰੋਟੈਸਟ ਕਰਦੇ ਹਾਂ, ਸ਼ਾਮ ਨੂੰ ਅਸੀਂ ਗੁਰਦੁਆਰਾ ਸਾਹਿਬ ਚਲੇ ਜਾਂਦੇ ਹਾਂ ਜੀ। ਪਰ ਸਾਨੂੰ ਪਰੇਸ਼ਾਨੀ ਬਹੁਤ ਆ ਰਹੀ ਹੈ ਜੀ। संस्था वगैरह कोई आपकी मदद के लिए आगे? ਨਹੀਂ, ਸਾਡੇ ਸੰਸਥਾ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਸੰਸਥਾ ਸਾਡੇ ਵਾਸਤੇ ਮਦਦ ਕਰਨ ਵਾਸਤੇ ਨਹੀਂ ਪਹੁੰਚੀ ਜੀ। ਅਸੀਂ ਤਾਂ ਸਿਰਫ ਆਪਣੇ ਆਪ ਤੇ ਹੀ ਡਿਪੈਂਡ ਹੈ, ਜਾਂ ਸਾਡੇ ਵਾਸਤੇ ਗੁਰੂ ਘਰ ਹੈ ਉਹ ਸਾਨੂੰ ਬਸ ਸਹਾਰਾ ਦੇ ਰਿਹਾ ਇੱਕ, ਤੇ ਗੁਰਦੁਆਰਾ ਸਾਹਿਬ ਅਸੀਂ ਚਲੇ ਜਾਂਦੇ ਹਾਂ। ਬਸ ਸਾਨੂੰ ਗੁਰੂ ਸਾਹਿਬ ਤੋਂ ਗੁਰਦੁਆਰਾ ਸਾਹਿਬ ਤੋਂ ਬਿਨਾਂ ਕਿਸੇ ਦਾ ਵੀ ਕੋਈ ਸਹਾਰਾ ਨਹੀਂ। अगर आपकी जो मांगे हैं वो भी पूरी नहीं होगी, आगे आप क्या करोगे फ्यूचर में? आपने क्या सोचा? ਦੇਖੋ ਜੀ, ਜੇਕਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਜੋ ਸਰਕਾਰਾਂ ਹੈ ਇਹ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆ ਜਾਂਦੀਆਂ। ਇਹਨਾਂ ਨੇ ਹੁਣ ਜਿਵੇਂ ਪਿਛਲੇ ਵਾਰ ਪੰਜਾਬ ਸਰਕਾਰ ਬਣੀ ਹੈ, ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ਵਿੱਚ ਰੱਖ ਕੇ ਇਹ ਸਹੁੰ ਖਾਧੀ ਸੀ ਕਿ ਅਸੀਂ ਪੰਜਾਬ ਸਰਕਾਰ, ਸਾਡੀ ਸਰਕਾਰ ਬਣਨ 'ਤੇ ਅੰਗਹੀਣ ਲੋਕਾਂ ਨੂੰ ਘਰ ਘਰ ਨੌਕਰੀ ਦੇਵਾਂਗੇ। ਪਰ ਪੰਜਾਬ ਸਰਕਾਰ ਸਾਡੇ ਗੁਰੂ ਸਾਹਿਬ ਨੂੰ ਹੱਥਾਂ ਵਿੱਚ ਰੱਖ ਕੇ ਸਹੁੰ ਖਾ ਕੇ ਵੀ ਆਪਣੇ ਵਾਅਦੇ ਤੋਂ ਮੁੱਕਰ ਗਈ। ਇਸ ਕਰਕੇ ਸਾਡਾ ਪ੍ਰੋਟੈਸਟ ਇਹੀ ਹੈ ਕਿ ਜੋ ਇਹਨਾਂ ਨੇ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਸੀਂ ਘਰ ਘਰ ਨੌਕਰੀ ਦੇਵਾਂਗੇ, ਉਹ ਸਰਕਾਰ ਨੂੰ ਵਾਅਦਾ ਯਾਦ ਕਰਾਉਣ ਵਾਸਤੇ, ਸਰਕਾਰ ਤੋਂ ਉਹ ਵਾਅਦਾ ਲੈਣ ਵਾਸਤੇ ਅਸੀਂ ਪ੍ਰੋਟੈਸਟ ਕਰ ਰਹੇ ਹਾਂ। ਇਸ ਕਰਕੇ ਆਪਣਾ ਹੱਕ ਪ੍ਰਾਪਤ ਕਰਨ ਵਾਸਤੇ ਕਿ ਸਾਨੂੰ ਪੰਜਾਬ ਸਰਕਾਰ ਘਰ ਘਰ ਨੌਕਰੀ ਕਹਿ ਤਾਂ ਦਿੱਤੀ ਕਿ ਸਾਨੂੰ ਹੁਣ ਦੇਵੇ, ਇਸ ਕਰਕੇ ਅਸੀਂ ਪ੍ਰੋਟੈਸਟ ਤੇ ਬੈਠੇ ਹਾਂ ਜੀ। गुरुद्वारे में आपने बोला कि यहाँ पे भी आपको काफ़ी प्रॉब्लम्स जो है वो देखनी पड़ रही है, कैसी प्रॉब्लम्स आपको देखनी पड़ रही है? ਦੇਖੋ ਮੈਡਮ, ਜਦੋਂ ਤੱਕ ਸਾਡੇ 2 ਮਹੀਨੇ ਹੋ ਗਏ ਸਾਨੂੰ ਪ੍ਰੋਟੈਸਟ ਚੱਲ ਰਹੇ ਨੂੰ, ਅਸੀਂ ਪਹਿਲਾਂ ਨਾਇਆ ਗਾਉਂ ਬੜ ਸਾਹਿਬ ਗੁਰਦੁਆਰਾ ਦੇ ਸਾਹਿਬ ਦੇ ਵਿੱਚ ਬੈਠੇ ਸੀ।
ਉੱਥੇ 20 ਦਿਨ ਅਸੀਂ ਬੈਠੇ ਰਹੇ। ਸਾਨੂੰ ਗੁਰਦੁਆਰਾ ਸਾਹਿਬ 'ਚੋਂ ਕਿਸੇ ਤਰ੍ਹਾਂ ਦਾ ਕੋਈ ਪਰੇਸ਼ਾਨੀ ਨਹੀਂ ਆਈ। ਪਰ ਪੰਜਾਬ ਸਰਕਾਰ ਦੇ ਕੁਝ ਨੁਮਾਇੰਦਿਆਂ ਨੇ ਗੁਰਦੁਆਰਾ ਕਮੇਟੀ ਨੂੰ ਇਹ ਕਹਿ ਦਿੱਤਾ ਕਿ ਇਹਨਾਂ ਨੂੰ ਇੱਥੋਂ ਬਾਹਰ ਕੱਢੋ। ਸਾਨੂੰ ਬੜ ਸਾਹਿਬ ਗੁਰਦੁਆਰਾ ਦੇ ਵਿੱਚੋਂ ਪੰਜਾਬ ਸਰਕਾਰ ਨੇ ਬਾਹਰ ਕੱਢਿਆ। ਇਸ ਕਰਕੇ ਉਸ ਤੋਂ ਬਾਅਦ ਅਸੀਂ ਇੱਥੇ ਮੋਹਾਲੀ ਅੰਬ ਸਾਹਿਬ ਗੁਰਦੁਆਰਾ ਸਾਹਿਬ ਪਹੁੰਚ ਗਏ। ਇਸ ਤਰ੍ਹਾਂ ਸਾਡਾ ਪ੍ਰੋਟੈਸਟ ਚੱਲ ਰਿਹਾ ਸੀ ਤਾਂ 15 ਅਗਸਤ ਆਇਆ। 15 ਅਗਸਤ ਦੇ ਵਿੱਚ ਦੇਖੋ, ਸਾਡੇ ਦੇਸ਼ ਦੇ ਵਿੱਚ 15 ਅਗਸਤ ਨੂੰ ਆਜ਼ਾਦੀ ਦਿਹਾੜਾ ਦੇ ਤੌਰ ਤੇ ਮਨਾਇਆ ਜਾਂਦਾ ਹੈ। ਅਸੀਂ ਭਾਰਤ ਦੇ ਨਾਗਰਿਕ ਹਾਂ, ਸਾਨੂੰ ਵੀ ਇਸ ਦਿਨ ਦੀ ਖੁਸ਼ੀ ਹੁੰਦੀ ਹੈ ਕਿ ਸਾਡਾ ਆਜ਼ਾਦੀ ਦਿਵਸ ਹੈ। ਪਰ ਪੰਜਾਬ ਸਰਕਾਰ ਜਿੱਥੇ ਆਜ਼ਾਦੀ ਦਿਹਾੜਾ ਮਨਾਉਂਦੀ ਹੈ, ਹਰ ਇਨਸਾਨ ਆਪਣੇ ਆਪ ਦੇ ਵਿੱਚ ਮਹਿਸੂਸ ਕਰਦਾ ਕਿ ਮੈਂ ਆਜ਼ਾਦ ਹਾਂ। ਪਰ ਸਾਨੂੰ ਪੰਜਾਬ ਸਰਕਾਰ ਨੇ ਕੀ ਕੀਤਾ, ਸਾਡੇ ਕੋਲ ਮਟਕਾ ਚੌਂਕ ਦੇ ਵਿੱਚ ਪੁਲਿਸ ਭੇਜੀ ਤੇ ਸਾਨੂੰ 38B ਸ਼ਾਹਪੁਰ ਸੈਕਟਰ 38B ਦਾ ਸ਼ਾਹਪੁਰ ਗੁਰਦੁਆਰਾ ਸਾਹਿਬ ਆਈ। ਉੱਥੇ 15 ਅਗਸਤ ਵਾਲੇ ਦਿਨ ਸਾਨੂੰ ਬੰਦੀ ਬਣਾ ਕੇ ਰੱਖਿਆ। ਸਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਬੰਦ ਰੱਖਿਆ। ਉੱਥੇ ਬਾਹਰ ਪੁਲਿਸ ਤਾਇਨਾਤ ਕਰ ਦਿੱਤੀ ਕਿ 15 ਅਗਸਤ ਵਾਲੇ ਦਿਨ ਇਹਨਾਂ ਨੂੰ ਕਿਤੇ ਵੀ ਬਾਹਰ ਨਹੀਂ ਨਿਕਲਣ ਦਿੱਤਾ। ਦੇਖੋ, ਪੰਜਾਬ ਸਰਕਾਰ ਮਨਾ ਤਾਂ ਆਜ਼ਾਦੀ ਦਿਵਸ ਰਹੀ ਸੀ, ਪਰ ਸਾਨੂੰ ਗੁਲਾਮ ਬਣਾ ਕੇ ਬੰਦੀ ਬਣਾ ਰੱਖਿਆ ਸੀਗਾ। ਇਸ ਕਰਕੇ ਸਾਡਾ ਪੰਜਾਬ ਸਰਕਾਰ 'ਤੇ ਬਹੁਤ ਵੱਡਾ ਰੋਸ ਹੈ। ਸਾਡੇ ਆਜ਼ਾਦ ਦੇਸ਼ ਦੇ ਵਿੱਚ ਸਾਡੇ ਨਾਲ ਅਜੇ ਵੀ ਗੁਲਾਮਾਂ वाला वतीरा पंजाब सरकार कर रही है जी। जैसे इन्होंने बताया कि इन्हें यहाँ पर शांति से प्रोटेस्ट भी करने नहीं दिया जा रहा है। हमारे साथ और भी यहाँ पे लोग मौजूद हैं, हम इनसे भी बात करते हैं। सर, आप काफ़ी समय से बैठे हो यहाँ पर, आपकी मांगें भी पूरी नहीं हो रही है, घर से भी आपको बहुत कुछ सुनने को मिल रहा है, भाई आपको रोज़गार नहीं मिल रहा, क्या कहना चाहोगे? देखो जी, रोज़गार नहीं मिल रहा, असी घर दे विच भी बहुत तंग आंगे। कई बार तो ਜਦੋਂ ਕੋਈ ਕਿਸੇ ਤੋਂ ਚੀਜ਼ ਮੰਗਦਾ ਉਹ ਵੀ ਸਾਨੂੰ ਟੌਰਚ ਕਰਦਾ ਹੈਗਾ ਵੀ ਤੂੰ ਆਪਦਾ ਕਮਾ ਆਪਦਾ ਖਾ। ਜਦੋਂ ਕੰਮਕਾਰ ਕਰਦੇ ਤੇ ਸਾਤੋਂ ਕੰਮਕਾਰ ਵੀ ਸਹੀ ਤਰੀਕੇ ਨਾਲ ਨਹੀਂ ਹੁੰਦਾ ਤੇ ਸਾਨੂੰ ਉੱਥੋਂ ਵੀ ਟੌਰਚ ਕੀਤਾ ਜਾਂਦਾ ਹੈਗਾ। ਕਈ ਵਾਰ ਤਾਂ ਪਿੰਡ ਲੈਵਲ 'ਤੇ ਵੀ ਮੈਂ ਆਪਦੀ ਕੰਮ ਦੀ ਕੋਸ਼ਿਸ਼ ਕਰੀ ਹੈ ਵੀ ਕੰਮ ਮੈਨੂੰ ਦਿੱਤਾ ਜਾਵੇ ਤੇ ਉਹਨਾਂ ਨੇ ਵੀ ਮੈਨੂੰ ਸਖਤ ਜਵਾਬ ਦੇ ਦਿੱਤਾ। ਬਹੁਤ ਮੁਸ਼ਕਿਲ ਹੁੰਦੀ ਹੈ ਜੀ ਉਦੋਂ, ਤੇ ਦੁੱਖ ਵੀ ਬਹੁਤ ਲੱਗਦਾ ਹੈਗਾ ਵੀ ਇਹਨਾਂ ਨੇ ਮੈਨੂੰ ਇਸ ਤਰ੍ਹਾਂ ਜਵਾਬ ਦਿੱਤਾ। ਤੇ ਥੋੜ੍ਹਾ ਬਹੁਤਾ ਮੈਂ ਕੰਮ ਕਰ ਸਕਦਾ, ਜਿਹੜਾ ਮੈਂ ਕੰਮ ਕਰ ਸਕਦਾ ਮੈਂ ਉਸੇ ਲੈਵਲ ਤੇ ਆਪਦਾ ਕੰਮ ਮੰਗਿਆ। इस तरह उन्होंने बहुत टॉर्च किया जाता है जी। 2014 में मेरी एक बार मैरिज कर दी गई थी घर वालों की तरफ से, लेकिन उसमें भी मेरे को बहुत सारी प्रॉब्लमें फेस करनी पड़ी हैं। क्योंकि आपको पता है कि जैसे ही दूसरे जो भाई हैं या सिस्टर वगैरह उनकी शादी होने के बाद वो तो सब सेपरेट हो जाते हैं। उसके बाद जब हैंडीकैप्ड अकेला रहता तब उसके लिए और ज़्यादा परेशानियाँ बढ़ जाती हैं। ठीक है, 2014 में मेरी मैरिज हुई थी। उसके बाद मेरे को घर से बहुत प्रॉब्लमें फेस करनी पड़ी। जैसे मेरे ब्रदर ने भी और मेरे भाभी ने भी मुझे बहुत तंग करने की कोशिश की है। एक बार मेरे को 2 ईयर्स के लिए घर से बाहर भी रहना पड़ा था, जिस वजह से आपको पता है कि एक तो अगर नौकरी हो तो सारा कुछ सही है, अगर नौकरी भी नहीं है और घर भी नहीं है तो फिर कितना मुश्किल आ सकती है, वो मैंने फेस की है। और जैसे कि हमारे घर की बात करें तो उसमें और सारी प्रॉब्लम भी क्रिएट ज़्यादा होने लग जाती हैं। जैसे छोटी मोटी घर में झगड़ा हो गया, उसके साथ और कोई इंसिडेंट साथ में जुड़ता रहता है। क्योंकि वो तो पता ही है, जब एक प्रॉब्लम आती है तो उसके साथ और कई प्रॉब्लम खड़ी होती हैं। एक प्रॉब्लम तो थी कि हाँ मैरिज हुई है, उसके बाद घर से बाहर निकाल दिया। दूसरी ये है कि घर नहीं है, उसके बाद और कितनी प्रॉब्लमें क्रिएट होनी है कि पैसा कहाँ से आएगा, क्या करेंगे, किस तरह से अपनी लाइफ को और आगे बढ़ा पाएंगे। तो इस तरह से ये हमारे साथ हुआ है और बहुत मुश्किल से अपनी लाइफ को व्यतीत कर रहे हैं। और हर एक जानता है वैसे कि जो रिलीजियस हमारा है उसका मेन जो होता है होली बुक होती है, और जो होली बुक होती है उसको हम सम्मान किस तरह से करते हैं समाज में वो सब जानते हैं। लेकिन हमारे चीफ मिनिस्टर ने एक बार होली बुक अपने हैंड में लेकर ये बोला था कि आज मैं गुटका साहब की सौं उठाता हूँ, जब प्लीज़ करता हूँ कि मैं हर एक घर में नौकरी पहुंचाऊंगा। लेकिन ऐसा कुछ दिख नहीं रहा है। अगर नौकरी मिली होती तो फिर शायद 2014 से लेके आज 2021 पहुंच चुका है, तो मेरे को ये वाली जो 8 साल में प्रॉब्लम फेस करनी पड़ी है वो शायद मेरे को झेलनी ना पड़ती। आपने बोला आपकी शादी भी हो चुकी है, घर वाले भी परेशान करते, तो आपकी वाइफ भी आपको बोलती होगी? हाँ, जब तक आपको पता है कि अगर कुछ नहीं है घर में तो वो तो पता ही है, वो तो फेस करनी पड़ेगी प्रॉब्लम ये वाली। तो कैसे चलाते हो आप अपने घर? मैं
थोड़े बहुत जो बच्चे हैं उनको पढ़ाकर अपनी लाइफ को थोड़ा सा आगे बढ़ा रहा हूँ धीरे धीरे करके, लेकिन उसमें भी कोई इतना ज़्यादा प्रोग्रेस नहीं है। आगे क्या डिमांड करते हो आप सरकार से? गवर्नमेंट से तो डिमांड करेंगे कि जॉब मिल जाए किस तरह से, जो इतने अच्छे क्वालिफाइड पर्सन हैं उनको कम से कम कहीं ना कहीं तो सेटल करना चाहिए ना, क्योंकि जो 2016 का एक्ट जो पास हुआ हुआ उसके अकॉर्डिंग जो हमारी जो पोस्ट हैं उनमें ही हमें कर दिया जाए, एडजस्ट कर दिया जाए, तो इससे बड़ी कौन सी बड़ी बात हो सकती है। उसके लिए उनके लिए भी हम धन्यवाद ही कर सकेंगे अगर, लेकिन ऐसा दिख नहीं रहा है क्योंकि 27 जुलाई 21 से हम यहाँ पे बैठे हैं। कभी यहाँ से उठा के किसी और जगह में भेज दिया जाता है, कभी यहाँ से उठा के दूसरी जगह में भेज दिया जाता है। आप खुद सोच सकते हैं कि हैंडीकैप किस तरह से पहले खड़ा होगा, किस तरह से उस जगह में पहुँच पाएगा, किस तरह से उस जगह को कवर करेगा, ये बहुत मुश्किल फेस करना पड़ता है। वही मैं आपसे पूछी थी कि उम्मीद तो नहीं दिखाई दे रही। आपने बोला 2 महीने से आप बैठे हो, अगर आपके मांगे अगर उन्होंने नहीं पूरी की तो आगे आप क्या करोगे? ऐसे है कि हम प्रोटेस्ट और भी ज़्यादा तेज़ करेंगे। जो हमारे पर्सन और आगे कभी कभी आ रहे हैं, कभी नहीं आ रहे हैं, वो और ज़्यादा आएंगे और बड़ी गिनती में आएंगे। हम लोग इनके नाक में दम कर देंगे जब तक हमको अपना हक नहीं मिलता है। तो ये थे वो लोग जो कितने समय से यहाँ पर बैठे हुए मांग कर रहे हैं कि कोई ना कोई आगे इनकी सुने। उम्मीद लगा रखी इन्होंने कि इन्हें कोई ना कोई रोज़गार मिलेगा। इन्हें घर वालों की इतनी सुननी पड़ रही है, समाज की इतनी सुननी पड़ रही है। इनके पास कोई रास्ता नहीं है कि करें तो करें क्या, जाएं तो जाएगा। कहीं ना कहीं सरकार को इनकी मांगे मान लेनी चाहिए। इनका जो हक है इन्हें दे देना चाहिए। ये काफ़ी परेशानियों का सामना कर रहे हैं, गुरुद्वारे में इन्हें रहना पड़ रहा है। कहीं सरकार को इनके जितने भी बनते हक है उन्हें दे देना चाहिए। कैमरामैन उपनीत के साथ मैं शाइना शर्मा, जिंदाबाद चैनल मोहाली। पंजाब सरकार जिंदाबाद, पंजाब सरकार जिंदाबाद, आंगन जूनियर जिंदाबाद, आंगन जूनियर